ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਤ ਪਾਠ ਪੁਸਤਕ ਸੂਰਜ ਮੰਦਰ ਦੀਆਂ ਪੌੜੀਆਂ, ਜਿਸ ਦੇ ਲੇਖਕ ਡਾਕਟਰ ਸੁਰਜੀਤ ਸਿੰਘ ਪਾਤਰ ਹਨ, ਇਸ ਪਾਠ ਪੁਸਤਕ ਦੇ ਵਿੱਚੋਂ ਆਪਾਂ ਅਗਲੇ ਚੈਪਟਰ ਦੀ ਗੱਲ ਕਰਦੇ ਹਾਂ, ਜੁਨਾਨ ਦੀ ਲੂਣਾ। ਵਿਦਿਆਰਥੀਓ, ਆਪਾਂ ਪਿਛਲੇ ਲੈਕਚਰਾਂ ਦੇ ਵਿੱਚ ਇਸ ਪਾਠ ਪੁਸਤਕ ਦੇ ਵਿੱਚੋਂ ਜਿਹੜੇ ਪਹਿਲੇ ਚੈਪਟਰ ਸੀ ਉਹਨਾਂ ਦੀ ਗੱਲ ਕਰ ਲਈ ਹੈ। ਰਾਈਟਰ ਨੇ ਹਰ ਇੱਕ ਚੈਪਟਰ ਦੇ ਵਿੱਚ ਇੱਕ ਵੱਖਰਾ ਵਿਸ਼ਾ ਲਿੱਤਾ ਹੈ ਔਰ ਉਸ ਵਿਸ਼ੇ ਨੂੰ ਆਪਣੇ ਢੰਗ ਦੇ ਨਾਲ ਪੇਸ਼ ਕੀਤਾ। ਇਸ ਚੈਪਟਰ ਦੇ ਵਿੱਚ ਲੇਖਕ ਨੇ ਪੰਜਾਬ ਦੇ ਵਿੱਚ ਲਿਖੇ ਗਏ ਕਿੱਸੇ ਪੂਰਨ ਭਗਤ ਦੇ ਵਿੱਚੋਂ ਇੱਕ ਪਾਤਰ ਜਿਹੜਾ ਲੂਣਾ ਸੀਗਾ, ਉਹਦਾ ਜ਼ਿਕਰ ਜਿਸ ਢੰਗ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਨੇ ਕੀਤਾ ਸੀਗਾ, ਉਸੇ ਤਰ੍ਹਾਂ ਨਾਲ ਯੂਨਾਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ ਸੀ ਔਰ ਉੱਥੇ ਵੀ ਇਸੇ ਤਰ੍ਹਾਂ ਦੀ ਕਥਾ ਪ੍ਰਚਲਿਤ ਹੈ। ਉਸ ਕਥਾ ਨੂੰ ਤੇ ਪੰਜਾਬ ਦੀ ਕਥਾ ਨੂੰ ਲੇਖਕ ਨੇ ਇੱਕ ਬਰਾਬਰਤਾ ਤੇ ਲਿਆ ਕੇ ਪੇਸ਼ ਕੀਤਾ ਔਰ ਦੱਸਿਆ ਕਿ ਯੂਨਾਨ ਦੀ ਜਿਹੜੀ ਘਟਨਾ ਹੋਈ ਸੀ ਉਹ ਪੰਜਾਬ ਦੀ ਘਟਨਾ ਜਾਂ ਲੂਣਾ ਦੀ ਘਟਨਾ ਨਾਲੋਂ ਕਿਵੇਂ ਵੱਖਰੀ ਸੀਗੀ, ਕੀ ਉਹਦਾ ਫਰਕ ਸੀਗਾ, ਉਹਦੇ ਬਾਰੇ ਗੱਲ ਕੀਤੀ ਹੈ। ਆਪਾਂ ਪਹਿਲਾਂ ਇਸ ਚੈਪਟਰ ਨੂੰ ਦੇਖ ਲਈਏ, ਇਹਨੂੰ ਆਪਾਂ ਪੜ੍ਹਤ ਲੈ ਲਈਏ, ਉਸ ਤੋਂ ਬਾਅਦ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਮਸ਼ਹੂਰ ਫਰਾਂਸੀਸੀ ਨਾਟਕਕਾਰ ਰੇਸੀਨ ਦੇ ਨਾਟਕ ਫੀਦਰਾ ਦਾ ਪੰਜਾਬੀ ਰੂਪਾਂਤਰ ਕਰ ਰਿਹਾ ਸਾਂ। ਮੈਂ ਕਹਿੰਦਾ ਟਰਾਂਸਲੇਸ਼ਨ ਕਰ ਰਿਹਾ ਸੀਗਾ ਫਰਾਂਸੀਸੀ ਨਾਟਕਕਾਰ ਰੇਸੀਨ ਦੇ ਨਾਟਕ ਫੀਦਰਾ ਦਾ, ਤੇ ਉਸ ਸਮੇਂ ਮੈਂ ਮਹਿਸੂਸ ਕੀਤਾ ਸੀ ਇਹ ਚੀਜ਼। ਇਹ ਨਾਟਕ ਯੂਨਾਨੀ ਮਿਥ ਕਥਾ ਦੇ ਆਧਾਰਿਤ ਹੈ। ਇਸ ਦਾ ਰੂਪਾਂਤਰਨ ਕਰਦਿਆਂ ਬਾਰ-ਬਾਰ ਮੈਨੂੰ ਲੂਣਾ ਦੀ ਯਾਦ ਆਈ। ਇਸ ਨਾਟਕ ਦੀ ਨਾਇਕਾ ਫੀਦਰਾ ਵੀ ਲੂਣਾ ਵਾਂਗ ਰਾਜੇ ਦੀ ਦੂਜੀ ਵਿਆਹ ਦੀ ਰਾਣੀ ਹੈ। ਦੇਖੋ, ਇਸ ਨਾਟਕ ਦੇ ਵਿੱਚ, ਫੀਦਰਾ ਨਾਟਕ ਦੇ ਵਿੱਚ, ਅਤੇ ਸਾਡਾ ਜਿਹੜਾ ਕਿੱਸਾ ਪੂਰਨ ਭਗਤ ਦਾ ਸੀਗਾ ਉਹਦੀ ਵਿੱਚ ਜਿਹੜੀ ਪੇਸ਼ ਹੋਈ ਲੂਣਾ, ਇਹ ਲੇਖਕ ਕਹਿੰਦਾ ਜਿਸ ਤਰ੍ਹਾਂ ਇਹ ਰਾਜੇ ਸਲਵਾਨ ਦੀ ਦੂਸਰੀ ਪਤਨੀ ਸੀ, ਉਸੇ ਤਰ੍ਹਾਂ ਨਾਲ ਫੀਦਰਾ ਵੀ ਦੂਸਰੀ ਪਤਨੀ ਸੀ ਉੱਥੋਂ ਦੇ ਰਾਜੇ ਦੀ। ਉਹ ਵੀ ਆਪਣੇ ਮਤਰੇਏ ਪੁੱਤ ਦੇ ਮੋਹਿਤ ਹੋ ਜਾਂਦੀ ਹੈ, ਠੁਕਰਾਏ ਜਾਣ ਤੇ ਝੂਠੀ ਤੋਹਮਤ ਲਾਉਂਦੀ ਹੈ ਤੇ ਮਤਰੇਏ ਪੁੱਤ ਦੀ ਮੌਤ ਦਾ ਕਾਰਨ ਬਣਦੀ ਹੈ। ਮੈਂ ਇਹ ਸੋਚਿਆ ਕਿ ਇਸ ਰੂਪਾਂਤਰਨ ਦਾ ਨਾਮ ਯੂਨਾਨ ਦੀ ਲੂਣਾ ਰੱਖਾਂ ਤੇ ਇਸ ਗੀਤ ਨਾਲ ਇਹਦਾ ਆਰੰਭ ਕਰਾਂ। ਇਹ ਇੱਕ ਹੋਰ ਕਹਾਣੀ ਲੂਣਾ ਵਰਗੀ ਹੈ। ਆਪਣੇ ਪੁੱਤ ਮਤਰੇਏ ਤੇ ਮਾਂ ਮਰਦੀ ਹੈ। ਲੂਣਾ ਤੇ ਪੂਰਨ ਪੰਜਾਬ ਦੇ ਜਾਏ ਸਨ, ਪਰ ਅੱਜ ਦੇ ਕਿਰਦਾਰ ਜਨਾਨੋਂ ਆਏ ਹਨ। ਅੱਜ ਤੋਂ ਪਹਿਲਾਂ ਸਾਡੇ ਲਈ ਭਰਾਏ ਸਨ, ਅੱਜ ਸਾਡੇ ਹਮਹਾਲ ਅਤੇ ਹਮਸਾਏ ਹਨ। ਜਜ਼ਬੇ ਲੀਕਾਂ ਤੇ ਹੱਦਾਂ ਨੂੰ ਤੋੜਦੇ ਨੇ, ਦੂਰ ਦੇਸ਼ ਦੇ ਲੋਕਾਂ ਤਾਈਂ ਜੋੜਦੇ ਨੇ। ਹਰ ਇੱਕ ਦੇਸ਼ ਦਾ ਹੁੰਦਾ ਹੈ ਸਲਵਾਨ ਕੋਈ, ਹਰ ਧਰਤੀ ਤੇ ਲੂਣਾ ਜਿਹੀ ਰਕਾਨ ਕੋਈ। ਪੂਰਨ ਵੀ ਹੁੰਦੇ ਨੇ ਹਰ ਇੱਕ ਧਰਤੀ ਤੇ, ਜੋ ਹੋਰਾਂ ਦੇ ਪਾਪਾਂ ਕਾਰਨ ਮਰਦੇ ਨੇ। ਕੁਦਰਤ ਨੇ ਇਹ ਸਾਰਾ ਖੇਲ ਰਚਾਇਆ ਹੈ, ਪੰਜਾਂ ਤੱਤਾਂ ਤੋਂ ਇਨਸਾਨ ਬਣਾਇਆ ਹੈ। ਕਿਸੇ ਪਾਉਣ ਵਿੱਚ ਬਹੁਤੀ ਖਾਕ ਰਲਾਈ ਹੈ, ਕਿਸੇ ਖਾਕ ਵਿੱਚ ਅਗਨੀ ਬਹੁਤੀ ਮਲਾਈ ਹੈ। ਕਿਸੇ ਨੀਰ ਨੂੰ ਇੰਨਾ ਸਾਫ਼ ਬਣਾਇਆ ਹੈ, ਉਸ ਅੰਦਰ ਆਕਾਸ਼ ਹੀ ਉੱਤਰ ਆਇਆ ਹੈ। ਨਦੀ ਕੋਈ ਜੇ ਪਰਬਤ ਉੱਤੋਂ ਗਿਰਦੀ ਹੈ, ਵਿੰਗੇ ਟੇਢੇ ਰਸਤੇ ਘੁੰਮਦੀ ਫਿਰਦੀ ਹੈ। ਉਹ ਕਿਹੜੀ ਆਪਣੇ ਰਾਹਾਂ ਨੂੰ ਚੁਣਦੀ ਹੈ, ਬਾਜਾਂ ਮਾਰੋ ਤਾਂ ਉਹ ਕਿਹੜਾ ਸੁਣਦੀ ਹੈ। ਪਰ ਬੰਦਾ ਆਪਣੇ ਰਾਹਾਂ ਨੂੰ ਚੁਣਦਾ ਹੈ, ਜੇ ਕੋਈ ਮਾਰੇ ਬਾਜ ਖਲੋ ਕੇ ਸੁਣਦਾ ਹੈ।
पर यह गल भी अजे बहस विच उलझी है, इस विचली घुंडी भी किथे सुलझी है। बंदा करदा है जो उसकी मर्जी है, पर की उसकी मर्जी है। फिर मैनू लगा कि साडियां सभ्याचारक स्मृतियां विच जो लूणा दा बिंब है वो फीदरा तो बहुत वखरा है। लूणा कामवती एक परती औरत है, उसके मुकाबले ते फीदरा बहुत गहरी, बहुत परती ते संवेदनशील है। हुण विद्यार्थियों इत्थे समझण वाली गल है, एक परती जिहड़ी सिर्फ अपने इक्को मकसद के लिए जिउंदी है, पर उसके मुकाबले जिहड़ी फीदरा है वो बहुत गहरी है, बहुत परती है ते संवेदनशील भी है। ਉਹਦੇ ਵਿੱਚ ਇਹ इस तरह के प्यार तो इलावा होर भी बहुत सारिया संवेदनावां पईयां ने। लूणा ते फीदरा दा ਇਹ फर्क मैनू दुख दिंदा रहा। मैं हैरान ते रश्क नाल भरिया सोचदा रहा कि यूनान दी लूणा साडी लूणा नालों इन्नी गहरी, बहुपरती ते संवेदनशील क्यों है। शिव दी लूणा नालों भी राह जांदियां तेजवंत गिल नाल गल हुई। तेजवंत गिल एक क्रिटिसिज्म करन वाला विद्वान है साडे पंजाबी दे विच, कहंदा उन्हां नाल मेरी गल हुई। उसके ख्याल मुताबक संवेदनशीलता विशिष्ट लेखकां ने पैदा की। मूल किताबां पढ़ीए तो शायद बराबर ही होण। कहंदा भी जिहड़े संवेदनशीलता हुंदी है ना, लेखक करके पैदा हुंदी है। लेखक अपने पात्र नूं इन्नी डूंघाई दे नाल सिरजदा है कि उहदे विच संवेदनशीलता आ जांदी है, ते शायद जिहड़ी मूल कथा हैगी ओह लूणा वर्गी ही होवे। कहंदा मूल कथा वाल मुड़िया तो उत्थे भी एक फर्क मालूम होया। यूनानी मूल कथा मुताबक राजे थीसिस दी दूजी राणी फीदरा अपनी मर चुकी सौंकन दे जवान पुत्र हिप्पोलाइटस ते मोहित हो गई। हिप्पोलाइटस ने फीदरा दा प्यार ठुकरा दिता। फीदरा उसदी पत्नी सी। फीदरा ने फाहा लैके जान दे दी, पर पिछे एक झूठी तुहमत दा रुक्का छड्ड गई जिस उत्ते लिखिया सी हिप्पोलाइटस ने मेरी सेज अपवित्र करने की कोशिश की है। अपने इधर पूर्ण नाल इस तरह की घटना वापरी सी, जिहड़ा कि सलवान दा पुत्र सीगा, इशरा दा बेटा सलवान दा बेटा सी, उहदे ते लूणा ने इस तरह दोष लाया सीगा। उधर हिप्पोलाइटस ने उहदे ते तुहमत हिप्पोलाइटस दे उपर तुहमत लाई सीगी फीदरा ने। क्रोपी हो के हिप्पोलाइटस दे पिता ने पुरखियां नूं राधिया ते पुत्र दी मौत मंगी। समुंदर विचों एक दैंत प्रगट होया जिसने समुंदर के किनारे रथ चला रहे हिप्पोलाइटस के घोड़ियां नूं डरा दिता। हिप्पोलाइटस अपने ही घोड़ियां दे पौड़ां हेठ मिध्या गया। राजे पिता नूं सच्चाई दा पता बहुत साल बाद लगा। इस कथा विच पंजाबी कथा नालों प्रमुख फर्क यह है कि अपना प्यार ठुकराए जान ते फीदरा अपने मतरेय पुत दी मौत दा कारण बनन तो पहला आत्म हत्या कर लैंदी है, जबकि लूणा अजिहा नहीं करदी। बुद्ध दे बुत दे चेहरे ते जो कोमलता ते बरीकी है उसका कारण यह दस्सिया जाता है कि बुद्ध दे बुत ते हमेशा कलाकारां ने कम किया। किसी किरदार की गहराई, जटिलता ते बहुपरतता इस गल ते भी निर्भर करती है कि उसकी उसारी ते चित्रण उत्ते किन्ने को लेखकां ने कम किया। यूनान दी लूणा उत्ते किन्ना कम होया, इसका अंदाजा इस गल तो लाया जा सकता है कि अज तो 24-25 सदियां पहला, ईसा तो पूर्व 300-400 साल पहला, ईसवी सन तो 300-400 साल पहला की गल है। अज तो 24-25 सदियां पहला यूनान के विश्व प्रसिद्ध नाटककार यूरिपिडीज ने, जिसनूं अरस्तू ने सब तो बड़ा दुखांतक कहा, इस मिथ कथा नूं आधार बना के दुखांत लिखिया। यूरिपिडीज ने इस मिथ कथा नूं जो गोंद दी, उस सदका ये कथा होर भी डूंघे अर्थां वाली हो गई। यूरिपिडीज दे दुखांत मुताबक फीदरा दा मतरेया पुत मर्यादा दी देवी आर्तेमिस दा पुजारी सी, जिस कारण प्यार दी देवी एफ्रोडाइट उसदे क्रोपी हो गई।
ਹਿਪੋਲਾਈਟਸ ਤੇ ਆਪਣਾ ਗੁੱਸਾ ਕੱਢਣ ਲਈ ਪਿਆਰ ਦੀ ਦੇਵੀ ਨੇ ਫੀਦਰਾ ਨੂੰ ਆਪਣਾ ਹਥਿਆਰ ਬਣਾਇਆ ਤੇ ਉਸ ਦੇ ਦਿਲ ਵਿੱਚ ਮਤਰੇਏ ਪੁੱਤ ਲਈ ਮੂੰਹ ਜੋਰ ਤ੍ਰਿਸ਼ਨਾ ਜਗਾ ਦਿੱਤੀ, ਜਿਸ ਨੂੰ ਠੁਕਰਾਉਣਾ ਹਿਪੋਲਾਈਟਸ ਦੀ ਮੌਤ ਦਾ ਕਾਰਨ ਬਣਿਆ। ਇਉਂ ਦੇਵੀਆਂ ਦੀ ਆਪਸੀ ਖਹਿ ਦੁਆਰਾ ਯੂਰੀਪੀਡਸ ਦੇਵੀ ਸ਼ਕਤੀਆਂ, ਕੁਦਰਤੀ ਖਾਸ਼ਾਂ, ਮਾਨਵ ਦੀ ਮਰਜ਼ਾਦਾ, ਸੁਤੰਤਰ ਇੱਛਾ ਤੇ ਬ੍ਰਹਮੰਡੀ ਪ੍ਰਬੰਧ ਦੀ ਆਪਸ ਵਿਚਲੀ ਟੱਕਰ ਨੂੰ ਮੂਰਤੀਮਾਨ ਕਰਦਾ ਹੋਇਆ ਇਸ ਗੱਲਬਾਤ ਸੰਕੇਤ ਕਰਦਾ ਹੈ ਕਿ ਉਚੇਰੇ ਤੇ ਆਦਸ ਦੇਵੀ ਸਿਸਟਮ ਵਿੱਚ ਵਿਚਾਰੇ ਬੰਦੇ ਤਾਂ ਸਿਰਫ ਸਾਧਨ, ਹਥਿਆਰ ਅਤੇ ਸ਼ਿਕਾਰ ਹੀ ਬਣਦੇ ਹਨ। ਜਿਹੜਾ ਦੇਵੀ ਸਿਸਟਮ ਹੈ ਉਹਦੇ ਵਿੱਚ ਜਿਹੜਾ ਸਧਾਰਨ ਬੰਦਾ ਉਹ ਤਾਂ ਵਿਚਾਰਾ ਸਿਰਫ ਸਾਧਨ ਬਣ ਜਾਂਦਾ ਜਾਂ ਹਥਿਆਰ ਬਣ ਜਾਂਦਾ ਜਾਂ ਉਹ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ 4 ਸਦੀਆਂ ਬਾਅਦ ਰੋਮਨ ਕਵੀ ਸਨੇਕਾ ਨੇ ਇਸ ਮਿੱਥ ਕਥਾ ਨੂੰ ਆਧਾਰ ਬਣਾ ਕੇ ਨਾਟਕ ਲਿਖਿਆ। ਉਸਨੇ ਇਸ ਦਾ ਨਾਮ ਯੂਰੀਪੀਡਸ ਵਾਂਗ ਹਿਪੋਲਾਈਟਸ ਨਹੀਂ ਫੀਦਰਾ ਰੱਖਿਆ। ਜਿਸ ਤਰ੍ਹਾਂ ਸ਼ਿਵਕੁਮਾਰ ਬਟਾਲਵੀ ਨੇ ਕਾਦਰਯਾਰ ਦੇ ਵਿਪਰੀਤ ਆਪਣੀ ਰਚਨਾ ਦਾ ਨਾਮ ਪੂਰਨ ਭਗਤ ਦੀ ਥਾਂ ਤੇ ਲੂਣਾ ਰੱਖਿਆ। ਸਨੇਕਾ ਨੇ ਜ਼ਿਆਦਾ ਬਲ ਫੀਦਰਾ ਦੇ ਬਦਨਸੀਬ ਵੇਗ ਦੇ ਯਥਾਰਥ ਚਿੱਤਰਨ ਉੱਪਰ ਦਿੱਤਾ। ਇਸ ਨਾਟਕ ਦੀ ਫੀਦਰਾ ਪਹਿਲਾਂ ਨਹੀਂ ਮਤਰੇਏ ਪੁੱਤਰ ਦੀ ਭਿਆਨਕ ਮੌਤ ਤੋਂ ਬਾਅਦ ਪਛਤਾਵੇ ਕਾਰਨ ਖੁਦਕਸ਼ੀ ਕਰਦੀ ਹੈ। ਯੂਰੀਪੀਡਸ ਤੋਂ 21 ਸਦੀਆਂ ਬਾਅਦ ਫਰਾਂਸੀਸੀ ਨਾਟਕਕਾਰ ਰੈਸੀਨ ਨੇ 1770 ਈਸਵੀ ਵਿੱਚ ਫੀਦਰਾ ਲਿਖਿਆ। ਰਸੀਨ ਦੀ ਫੀਦਰਾ ਵੇਗ ਦੀ ਬਦਕਾਰ ਗੁਲਾਮ ਨਹੀਂ ਹੈ, ਨਾ ਹੀ ਉਹ ਆਪਣੇ ਅੰਗਾਂ ਤੇ ਮੋਹਿਤ ਅੱਗ ਦੀ ਪੁਤਲੀ ਹੈ, ਨਾ ਹੀ ਆਪਣੇ ਪਤੀ ਤੇ ਆਪਣੀ ਉਮਰ ਵਿਚਲੇ ਫਰਕ ਕਾਰਨ ਆਪਣੇ ਵਿਵਹਾਰ ਨੂੰ ਸਹੀ ਸਾਬਤ ਕਰਦੀ ਹੈ। ਉਹ ਤਾਂ ਸਗੋਂ ਆਪਣੇ ਵੇਗ ਨੂੰ ਨਫ਼ਰਤ ਕਰਦੀ ਹੈ। ਤਣਾਅ ਤੇ ਗੁਨਾਹ ਦੇ ਅਹਿਸਾਸ ਚੋਂ ਲੰਘਦੀ ਇੱਕ ਤੜਫ ਰਹੀ ਸੰਵੇਦਨਸ਼ੀਲ ਆਤਮਾ ਹੈ। ਸੁਚੇਤ ਵਿਵੇਕ ਤੇ ਅਚੇਤ ਵੇਗ ਦੀਆਂ ਅਵਾਰਤਾਂ ਉਸ ਦੇ ਅੰਦਰ ਉਲਝੀਆਂ ਤੜਫਦੀਆਂ ਹਨ। ਉਹ ਆਪਣੇ ਮਨ ਵਿੱਚ ਸੁਲਗ ਰਹੇ ਵਿਵੇਕ ਤੋਂ ਬਚਣ ਲਈ ਬਹੁਤ ਤਰਲੇ ਲੈਂਦੀ ਹੈ। ਹਿਪੋਲਾਈਟਸ ਨੂੰ ਅੱਖੋਂ ਓਹਲੇ ਕਰਨ ਲਈ ਉਹ ਉਸਨੂੰ ਏਥਨਜ਼ ਤੋਂ ਦੂਰ ਭਜਵਾ ਦਿੰਦੀ ਹੈ, ਉਸਨੂੰ ਸ਼ਹਿਰ ਨਕਾਰਾ ਦਿਲਵਾ ਦਿੰਦੀ ਹੈ, ਦੇਵਤਿਆਂ ਅੱਗੇ ਅਰਦਾਸ ਕਰਦੀ ਹੈ ਕਿ ਉਹ ਉਸਨੂੰ ਇਸ ਪਿਆਰ ਤੋਂ ਮੁਕਤ ਕਰਨ। ਦੇਵਤਾ ਹੈ ਜਾਂ ਕਿ ਦਾਨਵ ਹੁੰਦਾ ਹੈ ਰਾਖਸ਼, ਦੇਵਤਾ ਹੈ ਜਾਂ ਕਿ ਦਾਨਵ, ਜੋ ਵੀ ਹੈ ਤੂੰ ਰਹਿਮ ਕਰ, ਮੈਨੂੰ ਆਪਣੀ ਜਕੜ ਤੋਂ ਤੂੰ ਮੁਕਤ ਕਰ, ਤੂੰ ਬਚਾ ਲੈ ਮੈਨੂੰ ਆਪਣੇ ਵੇਗ ਤੋਂ, ਮੈਂ ਤੇਰੀ ਪੂਜਾ ਕਰਾਂਗੀ ਉਮਰ ਭਰ। ਇੱਕ ਹੋਰ ਥਾਂ ਉਹ ਆਪਣੇ ਮਨ ਦੀ ਦਸ਼ਾ ਇਉਂ ਬਿਆਨ ਕਰਦੀ ਹੈ। ਕਿਸੇ ਝੱਖੜ 'ਚ ਮੇਰਾ ਨਾਮ ਉੱਡਿਆ ਫਿਰ ਰਿਹਾ ਹੈ, ਬਦਨ ਤੋਂ ਪੱਤਾ ਪੱਤਾ ਹੋ ਕੇ ਪਹਿਰਨ ਫਿਰ ਰਿਹਾ ਹੈ, ਮੇਰਾ ਸਿਰ ਤਾਰਿਆਂ ਵਿਚਕਾਰ ਬੇਬਸ ਘੁੰਮ ਰਿਹਾ ਹੈ, ਮੇਰੇ ਨਾਂ ਨੂੰ ਕੋਈ ਬੇਨਾਮ ਭਾਂਬੜ ਚੁੰਮ ਰਿਹਾ ਹੈ, ਮੈਂ ਪਾਣੀ ਪਾਉਣ ਅਗਨੀ ਹੋ ਰਹੀ ਹਾਂ, ਮੈਂ ਆਪਣੇ ਨਾਂ ਤੋਂ ਵੱਖਰੀ ਹੋ ਰਹੀ ਹਾਂ, ਜੋ ਮੇਰੇ ਦਿਲ 'ਚ ਵਸਦਾ ਹੈ ਮੈਂ ਉਸ ਨੂੰ ਨਿਕਾਲਾ ਸ਼ਹਿਰ ਤੋਂ ਤਾਂ ਹੀ ਦਵਾਇਆ ਕਿ ਸ਼ਾਇਦ ਇਉਂ ਹੀ ਦਿਲ 'ਚੋਂ ਨਿਕਲ ਜਾਵੇ, ਮੈਂ ਦਿਲ ਤੇ ਸ਼ਹਿਰ ਦੋਵਾਂ ਨੂੰ ਰਲਾਇਆ। ਫੀਦਰਾ ਭੁੱਖੀ ਰਹਿ ਕੇ ਆਪਣੇ ਆਪ ਨੂੰ ਮਾਰਨਾ ਚਾਹੁੰਦੀ ਹੈ। ਹਿਪੋਲਾਈਟਸ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਵੀ ਉਹ ਉਦੋਂ ਕਰਦੀ ਹੈ ਜਦੋਂ ਉਸ ਨੂੰ ਇਹ ਖਬਰ ਮਿਲਦੀ ਹੈ ਕਿ ਉਸ ਦਾ ਪਤੀ ਦੂਰ ਕਿਸੇ ਮੁਹਿੰਮ ਤੇ ਮਾਰਿਆ ਗਿਆ ਹੈ। ਇਹ ਖਬਰ ਅਖੀਰ ਝੂਠੀ ਨਿਕਲਦੀ ਹੈ। ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਵੀ ਉਹ ਇਹ ਕਹਿੰਦੀ ਹੈ, ਮੈਂ ਪਾਗਲ ਹਾਂ, ਇਹ ਨਾ ਸਮਝੀ ਮੈਂ ਪਾਗਲ ਹੋਣਾ ਚਾਹਿਆ ਸੀ। ਉਹ ਆਪਣੇ ਅੱਗ ਵਿੱਚ ਸੜਦੀ ਆਪਣੇ ਆਪ ਨੂੰ ਕੋਸਦੀ ਰਹਿੰਦੀ ਹੈ, ਆਪਣੀ ਅੱਗ ਦੇ ਵਿੱਚ ਸੜਦੀ ਹੈ ਤੇ ਆਪਣੇ ਆਪ ਨੂੰ ਹੀ ਕੋਸਦੀ ਹੈ। ਸਾਰੇ ਨਾਟਕ ਵਿੱਚ ਕੋਈ ਹੋਰ ਕਿਰਦਾਰ ਉਸ ਲਈ ਇਹੋ ਜਿਹੇ ਨਿਰਾਦਰ ਭਰੇ ਸ਼ਬਦ ਨਹੀਂ ਵਰਤਦਾ ਜਿਹੋ ਜਿਹੇ ਉਹ ਆਪਣੇ ਆਪ ਲਈ ਵਰਤਦੀ ਹੈ। ਮੈਂ ਤੇਰੇ ਸਫਿਆਂ ਤੇ ਮੈਲਾ ਹਰਫ ਹਾਂ, ਮਿਟਣ ਖਾਤਰ ਖੁਦ ਤੜਫਦੀ ਆਪ ਹਾਂ,
मैं अगन हाँ सारिਆਂ ਨੂੰ ਸਾੜਦੀ, ਸਾਰਿਆਂ ਤੋਂ ਵੱਧ ਕੇ ਸੜਦੀ ਆਪ ਹਾਂ। मैं किसे काली कथा दी नैका, बेअदब शब्दावली दा जाप हाँ। प्रेत दा पैरा है मेरी होंद ते, मैं किसे देवते दा घोर सराफ हाँ। हिप्पोलाइटस उसदे प्यार नूं ठुकरा दिंदा है, पर फीदरा नूं उस ते क्रोध नहीं आउंदा। वो समझदी है कि हिप्पोलाइटस पवित्र आत्मा है, वो औरत मर्द दे प्यार तो वाकिफ ही नहीं। पर जदों उसनूं पता लगदा है कि हिप्पोलाइटस सहजादी आरसिया नूं प्यार करदा है, तां ओह हसद अते नफरत दे नाल भर जांदी है। ਇਹ मैं की सुनिया मेरी जान, घैल मेरा तन मन होया बाझों तीर कमान। मैं सी उसनूं खिच लियाउणा मौत दियां वाहां चों, गंध मैनूं सौंकण दी आवे हुण उसदे साहां चों। जिसनूं मैं सी समझिया पत्थर ਉਹ ਵੀ ਕਿਸੇ ਦਾ जल है, 100 सागर होर किसे दा मेरा मारूथल है। 100 सागर है होर किसे दा मेरा मारूथल है। कहंदे भी सागर किसे दा होर है, मेरे हिस्से तां मारूथल ही आया है। किसे दे राह विच विछया तक्या मैं अपना आसमान, ਇਹ मैं की सुनिया मेरी जान। पल पहला मैं अपने आप ਨੂੰ ਦੋਸ਼ੀ ਸਮਝ ਰਹੀ ਸਾਂ, ਕਰਨ ਲਈ ਇਕਵਾਲ ਗੁਨਾਹ ਦਾ ਅੰਦਰੋਂ ਸੁਲਗ ਰਹੀ ਸਾਂ। ਪਰ ਜੋ ਅਗਨੀ ਹੁਣ ਸੁਲਗੀ ਉਹਦੀ ਲਾਟ ਗਈ ਅਸਮਾਨ, ਇਹ मैं की सुनिया मेरी जान। ਇਸ ਤੋਂ ਮਗਰੋਂ ਫੀਦਰਾ ਹਿਪੋਲਾਈਟਸ ਤੇ ਝੂਠੀ ਤੁਹਮਤ ਲਾਉਂਦੀ ਹੈ। ਪਿਤਾ ਦੇ ਸਰਾਫ ਕਾਰਨ ਹਿਪੋਲਾਈਟਸ ਆਪਣੇ ਹੀ ਘੋੜਿਆਂ ਦੇ ਪੌੜਾਂ ਹੇਠ ਮਿਧਿਆ ਜਾਂਦਾ ਹੈ। पिता नूं पुत्र दी मौत दी खबर मिलती है। नगर दे शाही दरवाजे दे बाहर चढ़ी हुई नदी दे उस किनारे, जदों अंबर ते सूरज चढ़ रहा सी, तेरे महलां दा सूरज डुब रहा सी। तेरा पुत्र उत्थां मरिया पिया सी, जे ओ चाहुंदा तां सब कुछ बाल दिंदा, शहाना पहरना नूं जाल दिंदा, नदी दे पाणियां नूं उबाल दिंदा। उन्हां दी तह चों राज उछाल दिंदा, पर उसनूं आ गया सी रहम सब ते, नहीं उसने किसे नूं कुछ किहा सी। वो अपने सेक विच खुद सड़ गया सी, तेरा पुत्र उत्थां मरिया पिया सी। मतलब पुत दी मौत दी खबर सुन तो पहला फीदरा जहर पी लेंदी है। ਉਹ अपने आखिरी क्षणां विच अपने पति अगे अपने दोष का इकबाल करदी है। मेरे कोल वक्त थोड़ा है, पर तैनूं ये दस्सण तो बिना मैं जाना नहीं चाहती कि मैं ही तेरे पुत्र की कामना कीती सी। मैं ही हाँ बदकार उस दे वेग विच मत्ती। मैं अपने आप नूं बड़ा रोकिया, पर रब ने मेरे सीने विच पता नहीं किहो जिही अग बाल दित्ती। मैं सीने विच कटार खोब के मरना चाहुंदी सां, पर फिर मैं सोचा जहर पीवांगी, जहर नाल मौत हौली हौली होवेगी। मेरे कोल वक्त होवेगा दस्सण दा, हुण दिल किसे अणजाणी जही भावना नाल यक हो रहा है। मेरियां अखां दी लो मध्यम हो रही है, मेरियां उही अखां जिन्हां ने जो कुछ देखा मैला कर दिता। फ्रांसीसी नाटककार रैसीन ने भी यूरिपिड्स वांग फीदरा दे वेग नूं देवी देवतियां दी कुरूपी नाल जोड़िया है। ਉਹ उस अनुसार इस तरह करके देवी बीनस ने फीदरा तो बदला लिया, जिस दे पुरखे सूरज ने बीनस दे प्रेम नूं नशर कीता सी। फीदरा दे पंजाबी रूपांतरण विच यूनानी देवतियां दी थां मैं 5 तत्तां मिट्टी, पानी, अग्नि, पौण ते आकाश नूं शामिल कीता। कोई मानव की बनदा जां की करदा है, इस विच उसदी सुतंत्र इच्छा किन्नी कुछ हुंदी है ते किन्ना कुछ कुदरत सबब ते संजोग दा हिस्सा, किन्नी कुछ कुदरत, किन्ना कुछ सभ्याचार,
ਕਿੰਨਾ ਕੁ ਸੁਚੇਤ ਕਿੰਨਾ ਕੁ ਉਚੇਤ। ਧਰਮ ਤੇ ਵਿਗਿਆਨ ਦੀ ਇਹ ਆਦ ਜੁਗਾਦੀ ਜਿਗਿਆਸਾ ਅਜੇ ਤੱਕ ਵੀ ਕਾਇਮ ਹੈ। ਰੂਪਾਂਤਰਿਤ ਨਾਟਕ ਵਿੱਚ ਇਹ ਅੰਤਮ ਗੀਤ ਮੈਂ ਆਪਣੇ ਵੱਲੋਂ ਸ਼ਾਮਲ ਕੀਤਾ। ਰੂਪਾਂਤਰਨ ਦਾ ਨਾਮ ਫਿਦਾ ਰੱਖਿਆ। ਆਪ ਪੀਤੀ ਜ਼ਹਿਰ ਨਾਲ ਮਰ ਰਹੀ ਫਿਦਾ ਦੇ ਅੰਤਮ ਛਿਣਾਂ ਵਿੱਚ ਕੋਰਸ ਇਹ ਗੀਤ ਗਾਉਂਦਾ ਹੈ। ਵਗਦੀਓ ਨਦੀਓ ਤੜਫਦੇ ਹੇ ਜਲੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਮੈਂ ਸਮਝਿਆ ਸੀ ਮੈਂ ਜਲਦੀ ਧਾਰ ਹਾਂ, ਭੁੱਲ ਗਈ ਸਾਂ ਮੈਂ ਕਿ ਮੈਂ ਇੱਕ ਨਾਰ ਹਾਂ। ਫਿਰ ਬਣਾਓ ਭਾਪ ਹੇ ਸੂਰਜ ਤਪੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਫਸ ਗਈ ਇੱਕ ਲਹਿਰ ਸ਼ਬਦ ਦੇ ਜਾਲ ਵਿੱਚ, ਨਾ ਚ ਫਸਿਆ ਰੂਪ ਜੀ ਜੰਜਾਲ ਵਿੱਚ। ਓਹੜ ਫੇਰਾ ਹੋਗ ਹੁਣ ਵਿਦਿਆ ਕਰੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਹੁਣ ਰਹੇ ਨਾ ਰੂਪ ਕੋਈ ਨਾਮ ਨਾ, ਰਲਨ ਦੇ ਸਾਗਰ ਚ ਕਤਰਾ ਕਾਮਨਾ। ਨਾਮ ਦਾ ਇਲਜ਼ਾਮ ਕੰਢੇ ਤੇ ਧਰੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਧਰਤੀਏ ਲੈ ਸਾਂਭ ਆਪਣੀ ਅਗਨ ਨੂੰ, ਇਸ ਨਗਰ ਵਿੱਚ ਥਾਂ ਨਾ ਮੇਰੇ ਜਗਨ ਨੂੰ। ਹੇ ਹਵਾਓ ਤੇਜ ਕੁਝ ਏਦਾਂ ਵਗੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਸ਼ਬਦ ਦੇ ਸੰਗ ਹੋਂਦ ਜੁਗ ਜੁਗ ਖੇਲਣਾ, ਭੇਤ ਰਚਨਾ ਹੈ ਵਿਛੁੰਨਣਾ ਮੇਲਣਾ। ਕਿਰਨ ਸੂਰਜ ਮੇਲ ਜਲ ਕਾ ਜਲ ਕਰੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਵਿਦਿਆਰਥੀਓ, ਇੱਥੇ ਆ ਕੇ ਇਹ ਚੈਪਟਰ ਖਤਮ ਹੁੰਦਾ ਹੈ। ਔਰ ਇਸ ਚੈਪਟਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਕਿੱਸਾ ਚੱਲਦਾ ਸੀ ਪੂਰਨ ਭਗਤ ਦਾ, ਉਸ ਨੂੰ ਆਧਾਰ ਬਣਾ ਕੇ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਮਹਾਂਕਾਵਿ ਦੀ ਰਚਨਾ ਕੀਤੀ। ਤੇ ਉਸ ਦੇ ਵਿੱਚ ਦੱਸਿਆ ਗਿਆ ਕਿ ਲੂਣਾ ਅਣਜੋੜ ਵਿਆਹ ਕਾਰਨ ਆਪਣੇ ਆਪ ਨੂੰ ਰੋਕ ਨਾ ਪਾਈ ਅਤੇ ਆਪਣੇ ਜਿਹੜਾ ਹਮ ਉਮਰ ਸੀਗਾ ਪੂਰਨ, ਉਹਦੇ ਨਾਲ ਉਹਨੇ ਉਸ ਤਰ੍ਹਾਂ ਦੇ ਸੰਬੰਧ ਸਿਰਜਣ ਦੀ ਕੋਸ਼ਿਸ਼ ਕੀਤੀ ਨੌਜਵਾਨ ਮੁੰਡੇ ਤੇ ਕੁੜੀ ਦੀ ਤਰ੍ਹਾਂ, ਕਿ ਇੱਕ ਬਰਾਬਰ ਹੋ ਕੇ ਵੀ ਇਸ ਤਰ੍ਹਾਂ ਦੇ ਮਰਦ ਨਾਲ ਮੇਰਾ ਵਿਆਹ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਇਹ ਮੇਰੀ ਹਮ ਉਮਰ ਹੈ। ਉਸੇ ਤਰ੍ਹਾਂ ਦੇ ਨਾਲ ਯੂਨਾਨ ਦੀ ਘਟਨਾ ਦੇ ਵਿੱਚ ਵੀ ਉਹੀ ਕੁਛ ਚੱਲਦਾ ਹੈਗਾ। ਸੋ ਵਿਦਿਆਰਥੀਓ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ, ਵੱਖ-ਵੱਖ ਸੱਭਿਆਚਾਰਾਂ ਦੇ ਵਿੱਚ ਉਸੇ ਤਰ੍ਹਾਂ ਦੀਆਂ ਘਟਨਾਵਾਂ ਚੱਲਦੀਆਂ ਨੇ। ਉਹ ਘਟਨਾਵਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕਮਿਕ ਹੋ ਜਾਂਦੀਆਂ ਸਮੁੱਚੇ ਵਿਸ਼ਵ ਦੇ ਵਿੱਚ। ਤੇ ਇਹ ਘਟਨਾ ਵੀ ਸਾਡੀ ਜਿਹੜੀ ਘਟਨਾ ਹੈਗੀ ਹੈ ਪੂਰਨ ਭਗਤ ਦੇ ਕਿੱਸੇ ਵਾਲੀ, ਲੂਣਾ ਦੇ ਕਿਰਦਾਰ ਵਾਲੀ, ਫੀਦਰਾ ਤੇ ਲੂਣਾ ਦਾ ਕਿਰਦਾਰ ਹੈ ਜਿਹੜਾ ਉਹ ਇੱਕਮਿਕ ਹੋ ਜਾਂਦਾ ਹੈ। ਇਸ ਬਾਰੇ ਲੇਖਕ ਨੇ ਆਪਣੇ ਇਸ ਪਾਠ ਪੁਸਤਕ ਦੇ ਵਿੱਚ ਗੱਲਬਾਤ ਕੀਤੀ ਹੈ। ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣਿਓ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਅੱਗੇ ਕਰਦੇ ਹੋ ਕਿ ਤੁਸੀਂ ਸੰਬੰਧਿਤ ਲੈਕਚਰ ਦੀ ਸਮਰੀ ਬਣਾਉਣੀ ਹੈ, ਇਹਦਾ ਐਸੇ ਟਾਈਪ ਲਿਖਣਾ, ਨਿਬੰਧ ਲਿਖਣਾ, ਔਰ ਤੁਸੀਂ ਉਹਨੂੰ ਅੱਗੇ ਸੈਂਡ ਕਰੋਗੇ। ਇਸ ਦੇ ਨਾਲ ਹੀ ਅੱਜ ਦਾ ਲੈਕਚਰ ਖਤਮ ਹੁੰਦਾ ਹੈ। ਕੱਲ੍ਹ ਨੂੰ ਆਪਾਂ ਨਵਾਂ ਲੈਕਚਰ ਦੇਵਾਂਗੇ।